ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬਰਨ ਕੌਰ ਮਾਨ। ਖਬਰਾਂ ਦੀ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੀ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਗ੍ਰੀਨ ਕਾਰਡ ਨੂੰ ਲੈ ਕੇ ਅਮਰੀਕਾ ਕਰ ਰਿਹਾ ਵੱਡਾ ਬਦਲਾਅ, ਕੀ ਹੋਏਗਾ ਭਾਰਤੀਆਂ ਤੇ ਅਸਰ, ਦੱਸਾਂਗੇ ਵਿਸਥਾਰ ਵਿੱਚ। ਵਿੱਤੀ ਸਾਲ 2022 ਵਿੱਚ ਲਗਭਗ 10 ਲੱਖ ਪ੍ਰਵਾਸੀ ਬਣੇ ਨੇ ਅਮਰੀਕੀ ਨਾਗਰਿਕ। ਅਮਰੀਕਾ 'ਚ ਕੈਲੀਫੋਰਨੀਆ ਅਸੈਂਬਲੀ ਦੇ ਪਹਿਲੇ ਸਿੱਖ ਔਰਤ ਜਸਮੀਤ ਕੌਰ ਬੈਂਸ ਨੇ ਸਹੁੰ ਚੁੱਕ ਕੇ ਸਿਰਜਿਆ ਨਵਾਂ ਇਤਿਹਾਸ। ਕ੍ਰਿਸ਼ਨਾ ਵੋਵੇਲਾਲਾ ਨੂੰ ਅਮਰੀਕੀ ਰਾਸ਼ਟਰਪਤੀ ਲਾਈਫ ਟਾਈਮ ਅਚੀਵਮੈਂਟ ਅਵਾਰਡ। ਅਮਰੀਕੀ ਅਦਾਲਤ ਨੇ ਸਾਊਦੀ ਪ੍ਰਿੰਸ ਖਿਲਾਫ ਕਤਲ ਦੇ ਮੁਕੱਦਮੇ ਨੂੰ ਕੀਤਾ ਖਾਰਜ। ਨਿਊਯਾਰਕ ਟਾਈਮਜ਼ ਦੇ ਯੂਰੋਪੀਅਨ ਨਿਊਜ਼ ਆਊਟਲੈਟਸ ਵੱਲੋਂ ਅਮਰੀਕੀ ਸਰਕਾਰ ਨੂੰ ਵੀਕਲੀਜ਼ ਦੇ ਸੰਸਥਾਪਕ ਜੂਲੀਅਨ ਅਸਾਂਜ ਦੇ ਖਿਲਾਫ ਦੋਸ਼ਾਂ ਨੂੰ ਹਟਾਉਣ ਦੀ ਅਪੀਲ। ਅਮਰੀਕਾ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਨੂੰ 17 ਸਾਲ ਦੀ ਕੈਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਜਲਦੀ ਹੀ ਪ੍ਰਵਾਸੀਆਂ ਦੇ ਸਥਾਈ ਨਿਵਾਸ ਦੇ ਲਈ ਲੋੜੀਂਦੇ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਪ੍ਰਕਿਰਿਆ 'ਚ ਵੱਡਾ ਬਦਲਾਅ ਕਰਨ ਜਾ ਰਿਹਾ। ਇਸ ਬਦਲਾਅ ਦੇ ਲਈ ਅਮਰੀਕੀ ਪ੍ਰਤੀਨਿਧ ਸਭਾ 'ਚ ਇਸ ਹਫ਼ਤੇ ਕਾਨੂੰਨੀ ਰੁਜ਼ਗਾਰ ਦੇ ਲਈ ਗ੍ਰੀਨ ਕਾਰਡਸ ਐਕਟ 2022 ਤੇ VOTING ਹੋਏਗੀ। ਵਰਤਮਾਨ ਵਿੱਚ ਅਮਰੀਕਾ 'ਚ ਰਹਿਣ ਵਾਲੇ ਲੋੜੀਂਦੇ ਗ੍ਰੀਨ ਕਾਰਡ ਤੇ ਹਰੇਕ ਦੇਸ਼ ਦੇ ਲਈ ਇੱਕ ਕੋਟਾ ਹੈ। ਗ੍ਰੀਨ ਕਾਰਡ ਕੈਪ ਦੇ ਕਾਰਨ ਭਾਰਤੀ ਪ੍ਰਵਾਸੀਆਂ ਨੂੰ ਸਥਾਈ ਨਿਵਾਸੀ ਬਣਨ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਇਹ ਬਿੱਲ ਪਾਸ ਹੋਏਗਾ, ਪ੍ਰਤੀ ਦੇਸ਼ ਗ੍ਰੀਨ ਕਾਰਡ ਕੈਪ ਖਤਮ ਹੋ ਜਾਏਗੀ, ਜਿਸ ਕਾਰਨ ਹਜ਼ਾਰਾਂ ਭਾਰਤੀ ਅਮਰੀਕੀ ਪ੍ਰਵਾਸੀਆਂ ਨੂੰ ਫਾਇਦਾ ਹੋਏਗਾ। ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਊਸ ਨੇ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਕਾਂਗਰਸ ਦਾ ਸਮਰਥਨ ਕੀਤਾ ਹੈ। ਵਾਈਟ ਹਾਊਸ ਨੇ ਕਿਹਾ ਹੈ ਕਿ ਇਸ ਬਿੱਲ ਵਿੱਚ ਕਈ ਹੋਰ ਮਹੱਤਵਪੂਰਨ ਵਿਵਸਥਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਨੇ। ਇਸ ਬਦਲਾਅ ਤੋਂ ਬਾਅਦ 2 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਵੀ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨ ਦੀ ਆਗਿਆ ਮਿਲੇਗੀ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਅਮਰੀਕੀ ਕੰਪਨੀਆਂ ਜਨਮ ਸਥਾਨ ਦੀ ਬਜਾਏ ਯੋਗਤਾ ਦੇ ਆਧਾਰ ਤੇ ਲੋਕਾਂ ਨੂੰ ਨੌਕਰੀ ਤੇ ਰੱਖ ਸਕਦੀਆਂ ਨੇ। ਵਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਰਕਾਰ ਪ੍ਰਵਾਸੀ ਵੀਜ਼ਾ ਪ੍ਰਣਾਲੀ 'ਚ ਸੁਧਾਰ ਕਰਨ ਅਤੇ ਵੀਜ਼ਾ ਬੈਕਲੌਗ ਨੂੰ ਘਟਾਉਣ 'ਚ ਉਮੀਦ ਕਰ ਰਹੀ ਹੈ। ਇਸ ਦੇ ਲਈ ਸਰਕਾਰ 2022 ਦੇ ਕਾਨੂੰਨੀ ਰੁਜ਼ਗਾਰ ਐਕਟ HR 3648 ਦੇ ਤਹਿਤ ਗ੍ਰੀਨ ਕਾਰਡ ਤੱਕ ਸਾਰੇ ਲੋਕਾਂ ਦੀ ਪਹੁੰਚ ਦਾ ਸਮਰਥਨ ਕਰਦੀ ਹੈ ਅਤੇ ਅਮਰੀਕੀ ਕੰਪਨੀਆਂ ਨੂੰ ਜਨਮ ਸਥਾਨ ਦੀ ਬਜਾਏ ਯੋਗਤਾ ਦੇ ਆਧਾਰ ਤੇ ਲੋਕਾਂ ਨੂੰ ਨੌਕਰੀ ਤੇ ਰੱਖਣ ਦੀ ਆਗਿਆ ਦਿੰਦੀ ਹੈ। ਇਹ ਯਕੀਨੀ ਬਣਾਉਣ ਦੇ ਲਈ ਕਿ ਕਿਸੇ ਵੀ ਦੇਸ਼ ਨੂੰ ਵੀਜ਼ਾ ਦੇਣ ਤੋਂ ਇਨਕਾਰ ਨਾ ਕੀਤਾ ਜਾਏ। ਇਸ ਤਬਦੀਲੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਲਈ 9 ਸਾਲ ਲੱਗਣਗੇ। ਇਸ ਦੇ ਨਾਲ ਹੀ ਗ੍ਰੀਨ ਕਾਰਡ ਕੈਪ ਨੂੰ ਵੀ ਪੜਾਅਵਾਰ ਖਤਮ ਕਰ ਦਿੱਤਾ ਜਾਏਗਾ। ਇਸ ਸਮੇਂ ਦੌਰਾਨ ਫੌਰੀ ਲੋੜਾਂ ਪੂਰੀਆਂ ਕਰਨ ਦੇ ਲਈ ਨਰਸਾਂ ਅਤੇ ਸਰੀਰਕ ਥੈਰੇਪਿਸਟਾਂ ਯਾਨੀ ਕਿ ਫਿਜ਼ੀਕਲ ਥੈਰੇਪਿਸਟਾਂ ਸਮੇਤ ਸਾਰੀਆਂ ਸਿਹਤ ਸੇਵਾਵਾਂ ਵਿੱਚ ਲੱਗੇ ਪ੍ਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਪ੍ਰਣਾਲੀ ਤੋਂ ਵੱਖ ਰੱਖਿਆ ਜਾਏਗਾ। ਇੰਡੀਅਨ ਅਮਰੀਕਨ ਇੰਪੈਕਟ ਦੇ ਕਾਰਜਕਾਰੀ ਨਿਰਦੇਸ਼ਕ ਨੀਲ ਮਖੀਜ਼ਾ ਨੇ ਕਿਹਾ ਕਿ ਬਿੱਲ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਸੈਂਕੜੇ ਪ੍ਰਵਾਸੀਆਂ ਦੇ ਲਈ ਜੀਵਨ ਬਦਲ ਦੇਗਾ। ਉਹਨਾਂ ਨੇ ਕਿਹਾ ਕਿ ਗ੍ਰੀਨ ਕਾਰਡ ਤੇ ਪ੍ਰਤੀ ਦੇਸ਼ ਕੈਪ ਇੱਕ ਵਿਤਕਰੇ ਵਾਲੀ ਪ੍ਰਣਾਲੀ ਦਾ ਹਿੱਸਾ ਹੈ। ਇਸ ਕੈਪ ਦੀ ਮਦਦ ਦੇ ਨਾਲ ਏਸ਼ੀਆਈ ਪ੍ਰਵਾਸੀਆਂ ਨੂੰ ਪੂਰੀ ਤਰ੍ਹਾਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪ੍ਰਵਾਸੀਆਂ ਸੰਬੰਧੀ ਕੋਟਾ ਦਾ ਹੱਕ ਪਹਿਲਾਂ ਲਾਗੂ ਕੀਤਾ ਗਿਆ ਸੀ, ਜੋ ਸਾਡੇ ਦੇਸ਼ ਦੀਆਂ ਕਦਰਾਂ ਕੀਮਤਾਂ ਦੇ ਅਨੁਕੂਲ ਨਹੀਂ ਹੈ। ਹੁਣ ਸਮਾਂ ਆ ਗਿਆ ਕਿ ਅਮਰੀਕੀ ਸੰਸਦ ਸਾਰੇ ਪ੍ਰਵਾਸੀਆਂ ਦੇ ਹੱਕ ਵਿੱਚ ਨਿਰਪੱਖ ਅਤੇ ਨਿਆਂਪੂਰਨ ਫੈਸਲਾ ਲਏ। ਵਾਈਟ ਹਾਊਸ ਨੇ ਕਿਹਾ ਕਿ ਪ੍ਰਵਾਸੀਆਂ ਨੇ ਪੀੜ੍ਹੀਆਂ ਤੋਂ ਅਮਰੀਕੀ ਅਰਥ ਵਿਵਸਥਾ ਦੇ ਮੁੱਖ ਖੇਤਰ ਵਿੱਚ ਯੋਗਦਾਨ ਪਾਇਆ। ਪ੍ਰਵਾਸੀਆਂ ਦੀ ਮਦਦ ਦੇ ਨਾਲ ਇਸ ਖੇਤਰ ਵਿੱਚ ਨਵੀਨਤਾ ਅਤੇ ਉੱਦਮਤਾ ਵਿੱਚ ਬਹੁਤ ਵਾਧਾ ਹੋਇਆ। ਇਸ ਬਿੱਲ ਤੋਂ ਇਲਾਵਾ ਸਰਕਾਰ ਨੇ ਸੰਸਦ ਨੂੰ ਅਮਰੀਕੀ ਨਾਗਰਿਕਤਾ ਕਾਨੂੰਨ ਪਾਸ ਕਰਨ ਦੀ ਵੀ ਅਪੀਲ ਕੀਤੀ ਹੈ। ਇਹ ਐਕਟ ਕਾਨੂੰਨੀ ਰਸਤੇ ਰਾਹੀਂ ਅਮਰੀਕਾ ਵਿੱਚ ਦਖਲ ਹੋਣ ਦੇ ਲਈ ਯਾਨੀ ਕਿ ਦਾਖਲਾ ਲੈਣ ਦੇ ਲਈ ਪ੍ਰਵਾਸੀਆਂ ਦੇ ਵਿਕਲਪਾਂ ਵਿੱਚ ਸੁਧਾਰ ਕਰੇਗਾ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਰਿਪੋਰਟ ਦੇ ਅਨੁਸਾਰ ਵਿੱਤੀ ਸਾਲ 2022 ਦੇ ਦੌਰਾਨ ਲਗਭਗ 10 ਲੱਖ ਪ੍ਰਵਾਸੀਆਂ ਨੇ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ ਹੈ, ਜੋ ਲਗਭਗ 15 ਸਾਲਾਂ ਵਿੱਚ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। USCIS ਨੇ 30 ਸਤੰਬਰ ਨੂੰ ਖਤਮ ਹੋਏ ਸਾਲ ਦੇ ਦੌਰਾਨ 1,75,700 ਨੈਚੁਰਲਾਈਜੇਸ਼ਨ ਐਪਲੀਕੇਸ਼ਨਸ ਦੀ ਪ੍ਰਕਿਰਿਆ ਪੂਰੀ ਕੀਤੀ ਅਤੇ 9,67,490 ਅਮਰੀਕੀ ਨਾਗਰਿਕਾਂ ਨੂੰ ਵਫਾਦਾਰੀ ਦੀ ਸਹੁੰ ਚੁਕਾਈ। ਬੱਚਿਆਂ ਤੇ ਵਿਚਾਰ ਕਰਨ ਤੇ ਇਹ ਗਿਣਤੀ ਵੱਧ ਕੇ 1,23,200 ਪ੍ਰਵਾਸੀਆਂ ਤੱਕ ਪਹੁੰਚ ਗਈ। USCIS ਦੇ ਅੰਕੜਿਆਂ ਦੇ ਅਨੁਸਾਰ ਵਿੱਤੀ ਸਾਲ 2022 ਵਿੱਚ ਅਮਰੀਕੀ ਨਾਗਰਿਕ ਬਣਨ ਵਾਲੇ ਪ੍ਰਵਾਸੀਆਂ ਦੇ ਜਨਮ ਵਾਲੇ ਚੋਟੀ ਦੇ 5 ਦੇਸ਼ਾਂ 'ਚ ਮੈਕਸੀਕੋ, ਭਾਰਤ, ਫਿਲੀਪੀਨਸ, ਕਿਊਬਾ ਅਤੇ ਡੋਮਿਨਿਕ ਰਿਪਬਲਿਕ ਸਨ।
ਉਹ ਪ੍ਰਵਾਸੀ ਜੋ ਤਾਂ 3-5 ਸਾਲ ਤੋਂ ਗ੍ਰੀਨ ਕਾਰਡ ਧਾਰਕ ਰਹੇ ਨੇ ਜਾਂ ਵੱਖ-ਵੱਖ ਫੌਜੀ ਸੇਵਾਵਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ। ਉਹ ਅਮਰੀਕੀ ਨਾਗਰਿਕਤਾ ਦੇ ਲਈ ਯੋਗ ਨੇ। ਪ੍ਰੋਸੈਸਿੰਗ ਦਾ ਸਮਾਂ ਜਦੋਂ ਤੁਸੀਂ ਆਪਣੀ ਨਾਗਰਿਕਤਾ ਦੀ ਅਰਜ਼ੀ ਦਾਇਰ ਕਰਦੇ ਹੋ ਉਦੋਂ ਤੋਂ ਲੈ ਕੇ ਜਦੋਂ ਤੁਸੀਂ ਵਫਾਦਾਰੀ ਦੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੁੰਦੇ ਹੋ ਤਾਂ ਇਹ ਪ੍ਰਕਿਰਿਆ 18 ਤੋਂ 24 ਮਹੀਨਿਆਂ ਦੇ ਵਿਚਕਾਰ ਹੁੰਦੀ ਹੈ। ਨੈਚੁਰਲਾਈਜੇਸ਼ਨ ਐਪਲੀਕੇਸ਼ਨਸ ਦੇ ਲਈ ਮੌਜੂਦਾ ਸਰਕਾਰੀ ਫਾਈਲਿੰਗ ਫੀਸ $725 ਹੈ, ਜਿਸ ਵਿੱਚ ਪ੍ਰੋਸੈਸਿੰਗ ਦੇ ਲਈ $640 ਅਤੇ ਬਾਇਓਮੈਟ੍ਰਿਕਸ ਸੇਵਾਵਾਂ ਦੇ ਲਈ $85 ਸ਼ਾਮਲ ਨੇ। ਮਿਲਟਰੀ ਬਿਨੇਕਾਰਾਂ ਨੂੰ ਦੋਵਾਂ ਫੀਸਾਂ ਤੋਂ ਛੋਟ ਹੈ। ਅਮਰੀਕੀ ਨਾਗਰਿਕਤਾ ਵਾਲੇ ਪ੍ਰਵਾਸੀਆਂ ਨੂੰ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਦੀ ਆਗਿਆ ਦਿੱਤੀ ਜਾਂਦੀ ਹੈ। ਉਹ ਅਮਰੀਕੀ ਚੋਣਾਂ ਵਿੱਚ ਉਮੀਦਵਾਰੀ ਦੇ ਲਈ ਯੋਗ ਹੁੰਦੇ ਨੇ। ਮੈਡੀਕੇਅਰ ਜਿਹੇ ਸਰਕਾਰੀ ਸਹਾਇਤਾ ਪ੍ਰੋਗਰਾਮਾਂ ਤੱਕ ਪਹੁੰਚ ਰੱਖਦੇ ਨੇ। ਉਹ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਦੇ ਨੇ ਅਤੇ ਬੱਚਿਆਂ ਦੇ ਲਈ ਆਟੋਮੈਟਿਕ ਅਮਰੀਕੀ ਨਾਗਰਿਕਤਾ ਯਕੀਨੀ ਬਣਾਉਂਦੇ ਨੇ। ਸਰਕਾਰੀ ਅੰਕੜਿਆਂ ਦੇ ਅਨੁਸਾਰ USCIS ਨੇ 30 ਜੂਨ ਤੱਕ 8.7 ਮਿਲੀਅਨ ਤੋਂ ਵੱਧ ਇਮੀਗ੍ਰੇਸ਼ਨ ਕੇਸਾਂ ਦੀ ਨਿਗਰਾਨੀ ਕੀਤੀ ਹੈ। ਗ੍ਰੀਨ ਕਾਰਡ ਅਰਜ਼ੀਆਂ ਤੋਂ ਲੈ ਕੇ ਸ਼ਰਨ ਦੀਆਂ ਬੇਨਤੀਆਂ ਤੇ ਵਰਕ ਪਰਮਿਟ ਪਟੀਸ਼ਨਾਂ ਤੱਕ USCIS ਦੇ ਡਾਇਰੈਕਟਰ RM ਜਾੜੂ ਨੇ ਕਿਹਾ ਕਿ ਸਾਨੂੰ ਸੌਂਪਿਆ ਗਿਆ ਹਰ ਇਮੀਗ੍ਰੇਸ਼ਨ ਕੇਸ ਇੱਕ ਵਿਅਕਤੀ ਜਾਂ ਇੱਕ ਪਰਿਵਾਰ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਅਮਰੀਕਾ ਵਿੱਚ ਇੱਕ ਬਿਹਤਰ ਜੀਵਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਇੱਕ ਵਧੇਰੇ ਮਨੁੱਖੀ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ ਦੇ ਲਈ ਮਾਪਣਯੋਗ ਤਰੱਕੀ ਕੀਤੀ ਹੈ। ਇੱਥੇ ਹੋਰ ਕੰਮ ਕਰਨ ਦੀ ਲੋੜ ਹੈ, ਖਾਸ ਤੌਰ ਤੇ ਉਹਨਾਂ ਸਾਰੇ ਲੋਕਾਂ ਦੇ ਲਈ ਪ੍ਰੋਸੈਸਿੰਗ ਦੇ ਸਮੇਂ ਨੂੰ ਘਟਾਉਣ ਦੇ ਲਈ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। USCIS ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ USCIS ਪ੍ਰਵਾਸੀ ਕਾਮਿਆਂ ਦੇ ਲਈ ਸਾਰੀਆਂ ਪਟੀਸ਼ਨਾਂ ਅਤੇ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਿਟਰਸ ਦੇ ਲਈ ਕੁਝ ਰੋਜ਼ਗਾਰ ਅਧਿਕਾਰ ਅਰਜ਼ੀਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਨੂੰ ਲਾਗੂ ਕਰਕੇ ਇਸ ਪ੍ਰਗਤੀ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ। ਇਹ ਗੈਰ ਪ੍ਰਵਾਸੀ ਰੁਤਬੇ ਨੂੰ ਬਦਲਣ ਅਤੇ ਗੈਰ ਪ੍ਰਵਾਸੀ ਠਹਿਰਨ ਦੇ ਵਿਸਤਾਰ ਦੇ ਲਈ ਸਾਰੇ ਬਿਨੇਕਾਰਾਂ ਦੇ ਲਈ ਇੱਕ ਸਥਾਈ ਬਾਇਓਮੈਟ੍ਰਿਕਸ ਛੋਟ ਸਥਾਪਿਤ ਕਰਨ ਦੀ ਉਮੀਦ ਕਰਦਾ ਹੈ। ਰੁਜ਼ਗਾਰ ਅਧਿਕਾਰ ਸਥਿਤੀ ਦੀ ਵਿਵਸਥਾ ਅਤੇ ਨੈਚੁਰਲਾਈਜੇਸ਼ਨ ਦੇ ਲਈ ਅਰਜ਼ੀਆਂ ਸਮੇਤ ਕਈ ਆਮ ਫਾਰਮਾਂ ਨੂੰ ਸਰਲ ਬਣਾਇਆ ਜਾਏਗਾ। ਬੀਤੇ ਦਿਨ ਕੈਲੀਫੋਰਨੀਆ ਦੇ ਅਸੈਂਬਲੀ ਹਲਕਾ ਡਿਸਟ੍ਰਿਕਟ 35 ਤੋਂ ਸਿੱਖ ਉਮੀਦਵਾਰ ਡਾਕਟਰ ਜਸਮੀਤ ਕੌਰ ਬੈਂਸ ਨੇ ਚੋਣ ਜਿੱਤ ਕੇ ਅਮਰੀਕਾ ਭਰ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੈਲੀਫੋਰਨੀਆ ਸਟੇਟ ਅਸੈਂਬਲੀ ਵਿੱਚ ਉਹਨਾਂ ਨੇ ਸਹੁੰ ਚੁੱਕ ਲਈ ਹੈ। ਇਸ ਦੌਰਾਨ ਕੈਲੀਫੋਰਨੀਆ ਭਰ ਵਿੱਚ ਜਿੱਤੇ ਅਸੈਂਬਲੀ ਮੈਂਬਰਾਂ ਨੇ ਵੀ ਸਹੁੰ ਚੁੱਕੀ ਹੈ। ਜਸਮੀਤ ਕੌਰ ਬੈਂਸ ਦੇ ਸਹੁੰ ਚੁੱਕ ਸਮਾਗਮ ਵਿੱਚ ਕੈਲੀਫੋਰਨੀਆ ਭਰ ਤੋਂ 300 ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਅਮਰੀਕਾ ਵਿੱਚ ਪਹਿਲੀ ਸਿੱਖ ਔਰਤ ਨੂੰ ਅਸੈਂਬਲੀ ਮੈਂਬਰ ਬਣਦਿਆਂ ਹੋਇਆ ਦੇਖਿਆ। ਸਹੁੰ ਚੁੱਕ ਸਮਾਗਮ ਦੌਰਾਨ ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਤੋਂ ਇਲਾਵਾ ਉਹਨਾਂ ਦੀ ਮਾਤਾ ਅਤੇ ਭੈਣ ਭਰਾ ਵੀ ਸ਼ਾਮਲ ਸਨ। ਜਸਮੀਤ ਕੌਰ ਬੈਂਸ ਨੂੰ ਅਧਿਕਾਰਤ ਤੌਰ ਤੇ ਕੈਲੀਫੋਰਨੀਆ ਕੈਪੀਟਲ ਵਿੱਚ ਆਪਣਾ ਦਫ਼ਤਰ ਅਤੇ ਸਟਾਫ ਮਿਲ ਗਿਆ ਹੈ, ਜਿੱਥੇ ਹੁਣ ਜਸਮੀਤ ਕੌਰ ਬੈਂਸ ਬੈਠ ਕੇ ਅਸੈਂਬਲੀ ਦਾ ਕੋਈ ਵੀ ਕੰਮ ਕਰ ਸਕਣਗੇ। ਇਸ ਸਮਾਗਮ ਤੋਂ ਬਾਅਦ ਵੱਖਰੇ ਤੌਰ ਤੇ ਸਿੱਖ ਭਾਈਚਾਰੇ ਦੇ ਲਈ ਇੱਕ ਹੋਰ ਸਮਾਗਮ ਰੱਖਿਆ ਗਿਆ, ਜਿੱਥੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜਸਮੀਤ ਕੌਰ ਬੈਂਸ ਨੂੰ ਅਮਰੀਕਾ ਵਿੱਚ ਪਹਿਲੀ ਸਿੱਖ ਅਸੈਂਬਲੀ ਮੈਂਬਰ ਬਣਨ ਤੇ ਵਧਾਈ ਦਿੱਤੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਹੋਈਆਂ ਅਸੈਂਬਲੀ ਚੋਣਾਂ ਵਿੱਚ ਜਸਮੀਤ ਕੌਰ ਬੈਂਸ ਨੇ ਆਪਣੀ ਵਿਰੋਧੀ ਲਟੇਸੀਆ ਪ੍ਰੇਜ਼ ਨੂੰ ਭਾਰੀ ਬਹੁਮਤ ਦੇ ਨਾਲ ਹਰਾਇਆ ਸੀ। ਲਟੇਸੀਆ ਪ੍ਰੇਜ਼ ਪਿਛਲੇ ਲੰਬੇ ਸਮੇਂ ਤੋਂ ਅਮਰੀਕਨ ਰਾਜਨੀਤੀ ਵਿੱਚ ਸਰਗਰਮ ਸੀ ਅਤੇ ਉਸ ਕੋਲੋਂ ਇਸ ਸੀਟ ਤੇ ਜਿੱਤ ਹਾਸਲ ਕਰਨੀ ਬਹੁਤ ਮੁਸ਼ਕਿਲ ਸੀ, ਪਰ ਸਥਾਨਕ ਵੋਟਰਾਂ ਨੇ ਡਾਕਟਰ ਜਸਮੀਤ ਕੌਰ ਬੈਂਸ ਦੀ ਯੋਗਤਾ ਅਤੇ ਕੰਮਾਂ ਨੂੰ ਦੇਖਦਿਆਂ ਉਹਨਾਂ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਇਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਅਤੇ ਲੰਬੇ ਸਮੇਂ ਤੋਂ ਹਿਊਸਟਨ ਦੇ ਰਹਿਣ ਵਾਲੇ ਕ੍ਰਿਸ਼ਨਾ ਵਾਲੀਲਾਲਾ ਨੂੰ ਰਾਸ਼ਟਰਪਤੀ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਦੇ ਨਾਲ ਮਾਨਤਾ ਦਿੱਤੀ ਹੈ। ਇਹ ਅਵਾਰਡ ਆਪਣੇ ਭਾਈਚਾਰੇ ਅਤੇ ਵੱਡੇ ਪੱਧਰ ਤੇ ਦੇਸ਼ ਲਈ ਪਾਏ ਗਏ ਯੋਗਦਾਨ ਦੇ ਲਈ ਅਮਰੀਕੌਪਸ ਦੀ ਅਗਵਾਈ ਵਿੱਚ ਹਰ ਸਾਲ ਦਿੱਤਾ ਜਾਂਦਾ ਹੈ। 86 ਸਾਲਾ ਵਾਲੀਲਾਲਾ ਨੂੰ ਇਹ ਸਨਮਾਨ ਅਮਰੀਕੌਪਸ ਦੀ ਡਾਕਟਰ ਸੋਨੀਆ ਵਾਈਟ ਨੇ ਭੇਂਟ ਕੀਤਾ। ਵਾਲੀਲਾਲਾ ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਨੇ ਤੇ ਉਹ ਇਲੈਕਟ੍ਰੀਕਲ ਇੰਜੀਨੀਅਰ ਵਜੋਂ ਸੇਵਾ ਮੁਕਤ ਹੋਏ ਨੇ ਤੇ ਇਸ ਵੇਲੇ ਫਾਊਂਡੇਸ਼ਨ ਫਾਰ ਇੰਡੀਅਨ ਸਟੱਡੀਜ਼ ਦੇ ਡਾਇਰੈਕਟਰ ਵਜੋਂ ਕਾਰਜਸ਼ੀਲ ਨੇ। ਇੱਕ ਅਮਰੀਕੀ ਸੰਘੀ ਜੱਜ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਖਿਲਾਫ ਅਮਰੀਕਾ ਸਥਿਤ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦੇ ਮੁਕੱਦਮੇ ਨੂੰ ਮੰਗਲਵਾਰ ਨੂੰ ਖਾਰਿਜ ਕਰ ਦਿੱਤਾ। ਬਾਈਡਨ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਸੀਗਾ ਕਿ ਕ੍ਰਾਊਨ ਪ੍ਰਿੰਸ ਨੂੰ ਇਸ ਮਾਮਲੇ 'ਚ ਮੁਕੱਦਮੇ ਤੋਂ ਕਾਨੂੰਨੀ ਤੌਰ ਤੇ ਛੁੱਟ ਪ੍ਰਾਪਤ ਸੀ। ਡਿਸਟ੍ਰਿਕਟ ਆਫ ਕੋਲੰਬੀਆ ਦੇ ਜੱਜ ਜੌਨ ਡੀ ਬੇਟਸ ਨੇ ਪ੍ਰਿੰਸ ਮੁਹੰਮਦ ਨੂੰ ਮੁਕੱਦਮੇ ਤੋਂ ਬਚਾਉਣ ਦੇ ਲਈ ਅਮਰੀਕੀ ਸਰਕਾਰ ਦੇ ਮਤੇ ਨੂੰ ਕਬੂਲ ਕਰ ਲਿਆ। ਹਾਲਾਂਕਿ ਜੱਜ ਬੇਟਸ ਦਾ ਕਹਿਣਾ ਸੀਗਾ ਕਿ ਖਸ਼ੋਗੀ ਦੇ ਕਤਲ 'ਚ ਉਹਨਾਂ ਦੀ ਮਿਲੀ ਭਗਤ ਦੇ ਦੋਸ਼ ਹੈਰਾਨੀਜਨਕ ਸਨ। ਸਾਊਦੀ ਅਰਬ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ 2018 'ਚ ਇਸਤਾਂਬੁਲ 'ਚ ਵਣਜ ਦੂਤਾਵਾਸ ਦੇ ਅੰਦਰ ਖਸ਼ੋਗੀ ਦਾ ਕਤਲ ਕਰ ਦਿੱਤਾ ਸੀ। ਵਾਸ਼ਿੰਗਟਨ ਪੋਸਟ ਦੇ ਇੱਕ ਕਾਲਮ ਨਵੀਸ ਖਸ਼ੋਗੀ ਨੇ ਸਾਊਦੀ ਅਰਬ ਦੇ ਸ਼ਾਸਕ ਪ੍ਰਿੰਸ ਮੁਹੰਮਦ ਦੇ ਸਖਤ ਤਰੀਕਿਆਂ ਤੇ ਨਿੰਦਾ ਕੀਤੀ ਸੀ।
ਟਾਈਮਜ਼ ਯੂਨਾਈਟਿਡ ਕਿੰਗਡਮ ਦੇ ਡਾਕਟਰ ਗਾਰਡੀਅਨ, ਫਰਾਂਸ ਦੇ ਲੇ ਮੋਂਡੋ, ਸਪੇਨ ਦੇ ਏਲ ਪੇਸ ਅਤੇ ਜਰਮਨੀ ਦੇ ਡੇਰ ਸਪੀਗਲ ਦੇ ਇੱਕ ਖੁੱਲ੍ਹੇ ਪੱਤਰ ਵਿੱਚ ਮੀਡੀਆ ਕੰਪਨੀਆਂ ਨੇ ਦਲੀਲ ਦਿੱਤੀ ਹੈ ਕਿ ਅਸਾਂਜੇ ਦੇ ਖਿਲਾਫ ਦੋਸ਼ਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਨਿਊਯਾਰਕ ਟਾਈਮਜ਼ ਸਮੇਤ ਦੁਨੀਆ ਦੇ ਕਈ ਪ੍ਰਮੁੱਖ ਸਮਾਚਾਰ ਸੰਗਠਨ ਪਹਿਲੀ ਸੋਧ ਦੀਆਂ ਦੱਸ ਦਈਏ ਕਿ ਅਸਾਂਜੇ ਨੂੰ ਅਪ੍ਰੈਲ 2019 ਵਿੱਚ ਲੰਡਨ 'ਚ ਇੱਕ US ਫਰੰਟ ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਸੂਸੀ ਐਕਟ ਦੇ ਤਹਿਤ ਇੱਕ ਸ਼੍ਰੇਣੀਬੱਧ ਸਮੱਗਰੀ ਦੇ ਪ੍ਰਕਾਸ਼ਨ ਤੋਂ ਬਾਅਦ ਦੋਸ਼ ਲਗਾਇਆ ਗਿਆ ਸੀਗਾ ਕਿ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਭ੍ਰਿਸ਼ਟਾਚਾਰ, ਕੂਟਨੀਤਿਕ ਘੁਟਾਲਿਆਂ ਅਤੇ ਜਸੂਸੀ ਮਾਮਲਿਆਂ ਦਾ ਖੁਲਾਸਾ ਹੋਇਆ ਸੀ। ਆਊਟਲੈਟਸ ਨੇ ਕਿਹਾ ਕਿ ਇਹ ਦੋਸ਼ ਇੱਕ ਖਤਰਨਾਕ ਮਿਸਾਲ ਕਾਇਮ ਕਰਦਾ ਹੈ ਅਤੇ ਅਮਰੀਕਾ ਦੇ ਪਹਿਲੇ ਸੋਧ ਤੇ ਪ੍ਰੈਸ ਦੀ ਆਜ਼ਾਦੀ ਨੂੰ ਕਮਜ਼ੋਰ ਕਰਨ ਦੀ ਧਮਕੀ ਦਿੰਦਾ ਹੈ। ਜਨਹਿਤ ਵਿੱਚ ਜ਼ਰੂਰੀ ਹੋਣ ਤੇ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕਰਨਾ ਅਤੇ ਪ੍ਰਗਟ ਕਰਨਾ ਪੱਤਰਕਾਰਾਂ ਦੇ ਰੋਜ਼ਾਨਾ ਕੰਮ ਦਾ ਮੁੱਖ ਹਿੱਸਾ ਹੈ। ਜੇਕਰ ਉਸ ਕੰਮ ਨੂੰ ਅਪਰਾਧਕ ਰੂਪ ਦਿੱਤਾ ਜਾਂਦਾ ਹੈ ਤਾਂ ਸਾਡੇ ਜਨਤਕ ਭਾਸ਼ਣ ਅਤੇ ਸਾਡੇ ਲੋਕਤੰਤਰ ਨੂੰ ਕਾਫੀ ਕਮਜ਼ੋਰ ਬਣਾ ਦਿੱਤਾ ਜਾਂਦਾ ਹੈ। ਇਸਤਗਾਸਾ ਨੇ ਦੋਸ਼ ਲਗਾਇਆ ਹੈ ਕਿ ਅਸਾਂਜੇ ਨੇ US ਆਰਮੀ ਇੰਟੈਲੀਜੈਂਸ ਵਿਸ਼ਲੇਸ਼ਕ ਚੇਲਸੀ ਮੇਨਿੰਗ ਦੀ ਕਲਾਸੀਫਾਈਡ ਡਿਪਲੋਮੈਟਿਕ ਕੇਬਲ ਅਤੇ ਹੋਰ ਸਮੱਗਰੀ ਚੋਰੀ ਕਰਨ 'ਚ ਮਦਦ ਕੀਤੀ ਸੀ, ਜੋ ਬਾਅਦ ਵਿੱਚ ਵਿਕੀਲੀਕਸ ਵੱਲੋਂ ਜਾਰੀ ਕੀਤੀ ਗਈ ਸੀ। ਅਮਰੀਕਾ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਨੂੰ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਰਮੇਸ਼ ਸਨੀ ਬਲਵਾਨੀ ਨਾਂ ਦੇ ਇਸ ਕਾਰੋਬਾਰੀ ਤੇ ਦੋਸ਼ ਹੈ ਕਿ ਉਸਦੀ ਕੰਪਨੀ ਨੇ ਨਿਵੇਸ਼ਕਾਂ ਨਾਲ ਝੂਠੇ ਵਾਅਦੇ ਕੀਤੇ ਤੇ ਉਹਨਾਂ ਕੋਲੋਂ ਕਰੋੜਾਂ ਰੁਪਏ ਹੜੱਪ ਲਏ। ਬਲੱਡ ਟੈਸਟ ਦੇ ਨਾਂ ਤੇ ਕੀਤੀ ਗਈ ਧੋਖਾਧੜੀ ਵਿੱਚ ਸਨੀ ਦੀ ਸਾਬਕਾ ਪ੍ਰੇਮਿਕਾ ਨੇ ਵੀ ਉਸਦਾ ਸਾਥ ਦਿੱਤਾ ਸੀ। ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦਾ ਅੰਤਮ ਨਤੀਜਾ ਮੰਗਲਵਾਰ ਰਾਤ ਸਾਹਮਣੇ ਆਇਆ ਅਤੇ ਸੰਸਦ ਦੇ ਉੱਪਰਲੇ ਸਦਨ ਵਿੱਚ ਡੈਮੋਕ੍ਰੈਟਿਕ ਪਾਰਟੀ ਨੂੰ ਬਹੁਮਤ ਮਿਲ ਗਿਆ। ਜਾਰਜੀਆ ਦੀ ਸੀਟ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਰਫਾਇਲ ਵਾਰਨੌਕ ਜੇਤੂ ਰਹੇ, ਜਿਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਹਰਸ਼ਲ ਵਾਕਰ ਨੂੰ ਹਰਾਇਆ। ਇਸ ਸੀਟ ਤੇ ਦੁਬਾਰਾ ਚੋਣ ਕਰਵਾਉਣੀ ਪਈ ਕਿਉਂਕਿ ਪਿਛਲੇ ਮਹੀਨੇ ਪਈਆਂ ਵੋਟਾਂ ਦੌਰਾਨ 37,000 ਵੋਟਾਂ ਦੀ ਲੀਡ ਹਾਸਲ ਹੋਣ ਦੇ ਬਾਵਜੂਦ ਵਾਰਨੌਕ 50% ਦੀ ਵੋਟਾਂ ਹਾਸਲ ਨਹੀਂ ਸਨ ਕਰ ਸਕੇ। ਅਮਰੀਕੀ ਵਾਈਟ ਹਾਊਸ ਨੇ ਦੁਨੀਆ 'ਚ ਭਾਰਤ ਦੇ ਵੱਧਦੇ ਪ੍ਰਭਾਵ ਤੇ ਪ੍ਰਤੀਕਿਰਿਆ ਦਿੱਤੀ ਹੈ। ਵਾਈਟ ਹਾਊਸ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਭਾਰਤ ਸੰਯੁਕਤ ਰਾਜ ਅਮਰੀਕਾ ਦਾ ਸਹਿਯੋਗੀ ਨਹੀਂ ਹੋਏਗਾ, ਸਗੋਂ ਇੱਕ ਹੋਰ ਵੱਡੀ ਤਾਕਤ ਬਣੇਗਾ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਪਿਛਲੇ 20 ਸਾਲਾਂ 'ਚ ਭਾਰਤ ਅਮਰੀਕਾ ਦੁਵੱਲੇ ਸੰਬੰਧ ਜਿੰਨੀ ਤੇਜ਼ੀ ਨਾਲ ਮਜ਼ਬੂਤ ਤੇ ਡੂੰਘੇ ਹੋਏ ਨੇ, ਅਜਿਹਾ ਕਿਸੇ ਹੋਰ ਦੁਵੱਲੇ ਸੰਬੰਧ ਨਾਲ ਨਹੀਂ ਹੋਇਆ। ਇੱਥੇ ਆਯੋਜਿਤ ਸਪੇਨ ਸਿਕਿਉਰਿਟੀ ਫੋਰਮ ਦੀ ਬੈਠਕ 'ਚ ਭਾਰਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵਾਈਟ ਹਾਊਸ ਦੇ ਏਸ਼ੀਆ ਮਾਮਲਿਆਂ ਦੇ ਕੋਆਰਡੀਨੇਟਰ ਕੈਂਪ ਬੇਲ ਨੇ ਕਿਹਾ, ਉਹਨਾਂ ਦਾ ਮੰਨਣਾ ਹੈ ਕਿ 21ਵੀਂ ਸਦੀ 'ਚ ਅਮਰੀਕਾ ਲਈ ਭਾਰਤ ਨਾਲ ਦੁਵੱਲੇ ਸੰਬੰਧ ਸਭ ਤੋਂ ਮਹੱਤਵਪੂਰਨ ਨੇ। ਵਾਈਟ ਹਾਊਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਸੱਚਾਈ ਹੈ ਕਿ ਪਿਛਲੇ 20 ਸਾਲਾਂ ਵਿੱਚ ਅਮਰੀਕਾ ਅਤੇ ਭਾਰਤ ਵਿਚਕਾਰ ਕੋਈ ਵੀ ਦੁਵੱਲਾ ਸੰਬੰਧ ਨਹੀਂ ਦੇਖਿਆ ਜੋ ਇੰਨੀ ਤੇਜ਼ੀ ਨਾਲ ਡੂੰਘਾ ਅਤੇ ਮਜ਼ਬੂਤ ਹੁੰਦਾ ਜਾ ਰਿਹਾ ਹੋਵੇ। ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਆਪਣੀ ਸਮਰੱਥਾ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਲੋੜ ਹੈ ਅਤੇ ਟੈਕਨੋਲੋਜੀ ਅਤੇ ਹੋਰ ਮੁੱਦਿਆਂ ਤੇ ਇਕੱਠੇ ਕੰਮ ਕਰਦੇ ਹੋਏ ਲੋਕਾਂ ਵਿਚਾਲੇ ਆਪਸੀ ਸੰਪਰਕ ਸਥਾਪਿਤ ਕਰਨ ਦੀ ਲੋੜ ਹੈ। ਕੈਂਪ ਬੇਲ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਸਹਿਯੋਗੀ ਨਹੀਂ ਹੋਏਗਾ, ਇਹ ਇੱਕ ਸੁਤੰਤਰ ਸ਼ਕਤੀਸ਼ਾਲੀ ਦੇਸ਼ ਬਣਨ ਦੀ ਇੱਛਾ ਰੱਖਦਾ ਹੈ ਅਤੇ ਇੱਕ ਹੋਰ ਮਹਾਨ ਸ਼ਕਤੀ ਬਣ ਕੇ ਉੱਭਰੇਗਾ। ਕੈਂਪ ਬੇਲ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਕੋਈ ਨਾ ਕੋਈ ਲਾਲਸਾ ਹੋਣੀ ਚਾਹੀਦੀ ਹੈ। ਸਾਨੂੰ ਉਹਨਾਂ ਖੇਤਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਅਸੀਂ ਇਕੱਠੇ ਕੰਮ ਕਰ ਸਕਦੇ ਹਾਂ, ਭਾਵੇਂ ਉਹ ਪੁਲਾੜ ਹੋਵੇ, ਸਿੱਖਿਆ ਹੋਵੇ, ਜਲਵਾਯੂ ਹੋਵੇ ਜਾਂ ਟੈਕਨੋਲੋਜੀ। ਸਾਨੂੰ ਇਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਪਿਛਲੇ 20 ਸਾਲਾਂ ਤੇ ਨਜ਼ਰ ਮਾਰੋ ਅਤੇ ਪਾਰ ਕੀਤੀਆਂ ਗਈਆਂ ਰੁਕਾਵਟਾਂ ਤੇ ਨਜ਼ਰ ਮਾਰੋ ਅਤੇ ਸਾਡੇ ਦੋਹਾਂ ਪੱਖਾਂ ਦੇ ਸੰਬੰਧਾਂ ਦੀ ਡੂੰਘਾਈ ਨੂੰ ਦੇਖੋ ਤਾਂ ਇਹ ਕਮਾਲ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਮਰੀਕਾ ਸੰਬੰਧ ਕੇਵਲ ਚੀਨ ਦੀ ਚਿੰਤਾ ਕਾਰਨ ਨਹੀਂ ਬਣੇ। ਕੈਂਪ ਬੇਲ ਨੇ ਕਿਹਾ ਕਿ ਸਾਡੇ ਸਮਾਜ ਵਿਚਕਾਰ ਮਹੱਤਵਪੂਰਨ ਤਾਲਮੇਲ ਤੇ ਆਧਾਰਿਤ ਨੇ। ਉਹਨਾਂ ਨੇ ਸਵੀਕਾਰ ਕੀਤਾ ਹੈ ਕਿ ਜਦੋਂ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਪ੍ਰਸ਼ਾਸਨ ਨੇ ਕਵਾੜ ਨੂੰ ਲੀਡਰ ਕੇਂਦਰ ਤੱਕ ਉੱਚਾ ਕਰਨ ਦਾ ਫੈਸਲਾ ਕੀਤਾ ਤਾਂ ਭਾਰਤੀ ਦੁਵਿਧਾ ਵਿੱਚ ਸਨ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਸਮੁੰਦਰੀ ਡੋਮੇਨ ਜਾਗਰੂਕਤਾ ਅਤੇ ਸਿੱਖਿਆ ਵਿੱਚ ਕੋਵਿਡ-19 ਵੈਕਸੀਨ ਡਿਲੀਵਰੀ ਵਿੱਚ ਪਹਿਲ ਕਦਮੀਆਂ ਦੇ ਇੱਕ ਵੱਡੇ ਸਮੂਹ ਤੇ ਆਪਣੇ ਭਾਰਤੀ ਭਾਈਵਾਲਾਂ ਨਾਲ ਬਹੁਤ ਰਚਨਾਤਮਕ ਢੰਗ ਨਾਲ ਕੰਮ ਕਰ ਰਿਹਾ ਹੈ। ਪੰਜਾਬੀ ਮੂਲ ਦੀ ਰਚਨਾ ਸਿੰਘ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਦੱਖਣੀ ਏਸ਼ੀਆਈ ਮੰਤਰੀ ਵਜੋਂ ਸਹੁੰ ਚੁੱਕ ਕੇ ਇਤਿਹਾਸ ਰਚ ਦਿੱਤਾ। ਉਹ ਪੰਜਾਬ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਹੈ। ਉਹਨਾਂ ਨੂੰ ਸਿੱਖਿਆ ਤੇ ਬਾਲ ਭਲਾਈ ਮੰਤਰੀ ਬਣਾਇਆ ਗਿਆ। ਉਹ ਮੋਸ ਹੁੱਤਾ ਤੋਂ ਬਾਅਦ ਪੋਰਟਫੋਲੀਓ ਸੰਭਾਲਣ ਵਾਲੇ ਦੂਜੇ ਪੰਜਾਬੀ ਨੇ, ਪਰ ਇੰਨੇ ਮਹੱਤਵਪੂਰਨ ਅਹੁਦੇ ਤੇ ਨਿਯੁਕਤ ਹੋਣ ਵਾਲੇ ਪਹਿਲੇ ਦੱਖਣੀ ਏਸ਼ੀਆਈ ਮਹਿਲਾ ਨੇ। ਰਚਨਾ ਸਿੰਘ ਨੇ ਵੀਰਵਾਰ ਨੂੰ IANS ਨੂੰ ਇੱਕ ਫੋਨ ਇੰਟਰਵਿਊ ਵਿੱਚ ਕਿਹਾ,
ਮੈਨੂੰ ਅਜਿਹੀ ਸਰਕਾਰ ਦਾ ਹਿੱਸਾ ਹੋਣ ਤੇ ਮਾਣ ਹੈ ਜੋ ਲੋਕਾਂ ਦੀ ਸੁਣਦੀ ਹੈ ਅਤੇ ਉਹਨਾਂ ਦੀ ਦੇਖਭਾਲ ਕਰਦੀ ਹੈ। ਅਸੀਂ ਸਾਰਿਆਂ ਦੇ ਲਈ ਮੁਫਤ ਅਤੇ ਪਹੁੰਚਯੋਗ ਸਿੱਖਿਆ ਲਈ ਵਚਨਬੱਧ ਹਾਂ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ 2017 ਤੋਂ ਸਿੱਖਿਆ ਤੇ ਬਹੁਤ ਸਾਰਾ ਨਿਵੇਸ਼ ਕੀਤਾ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਅਜਿਹਾ ਕਰਨਾ ਜਾਰੀ ਰੱਖੇਗੀ। ਜਿਵੇਂ ਕਿ ਮੈਂ ਅਧਿਆਪਕਾਂ ਦੇ ਪਰਿਵਾਰ ਤੋਂ ਆਇਆ ਹਾਂ ਅਤੇ ਪਿਛਲੇ ਸਮੇਂ ਵਿੱਚ ਨਸਲਵਾਦ ਵਿਰੋਧੀ ਕੰਮ ਕੀਤਾ ਹੈ। ਮੈਨੂੰ ਮਜ਼ਦੂਰ ਵਰਗ ਦੇ ਬੱਚਿਆਂ ਅਤੇ ਦਿੱਖ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਦੁਆਰਾ ਦਰਪੇਸ਼ ਸਮੱਸਿਆਵਾਂ ਦੀ ਡੂੰਘੀ ਸਮਝ ਹੈ। ਆਪਣੇ ਪਿਤਾ ਰਘਵੀਰ ਸਿੰਘ ਅਤੇ ਮਾਤਾ ਸੁਲੇਖਾ ਦੋਵਾਂ ਤੋਂ ਇਲਾਵਾ ਭੈਣ ਸਿਰਜਣਾ ਪੇਸ਼ੇ ਤੋਂ ਅਧਿਆਪਕ ਹੈ। ਇਸੇ ਲਈ ਉਹਨਾਂ ਦਾ ਵਿਦੇਸ਼ ਵਿੱਚ ਸਿੱਖਿਆ ਮੰਤਰੀ ਬਣਨਾ ਪਰਿਵਾਰ ਲਈ ਅਹਿਮ ਹੈ। ਉਹਨਾਂ ਨੇ ਪਹਿਲੀ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿੱਚ ਨਸਲਵਾਦ ਵਿਰੋਧੀ ਪਹਿਲ ਕਦਮੀਆਂ ਦੇ ਲਈ ਸੰਸਦੀ ਸਕੱਤਰ ਵਜੋਂ ਸੇਵਾ ਕੀਤੀ ਸੀ। ਨਵੰਬਰ ਨੂੰ ਉਹ ਸੂਬਾਈ ਅਸੈਂਬਲੀ ਵਿੱਚ ਆਪਣੀ ਮੂਲ ਪੰਜਾਬੀ ਭਾਸ਼ਾ 'ਚ ਇੱਕ ਸੰਖੇਪ ਭਾਸ਼ਣ ਦੇਣ ਤੋਂ ਬਾਅਦ ਸੁਰਖੀਆਂ ਵਿੱਚ ਆਈ। ਸਿੰਘ 2001 ਵਿੱਚ ਆਪਣੇ ਪਤੀ ਅਤੇ 2.5 ਸਾਲ ਦੇ ਬੇਟੇ ਨਾਲ ਕੈਨੇਡਾ ਚਲੀ ਗਈ। ਉਹ ਘਰੇਲੂ ਸ਼ੋਸ਼ਣ ਦੇ ਪੀੜਤਾਂ ਦੀ ਮਦਦ ਕਰਨ ਦੇ ਲਈ ਇੱਕ ਰੈਫਰਲ ਏਜੰਟ ਵਜੋਂ ਸੂਚਨ ਸੇਵਾਵਾਂ ਵੈਨਕੂਵਰ 'ਚ ਸ਼ਾਮਲ ਹੋਈ। ਬਾਅਦ ਵਿੱਚ ਉਹ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਵਿੱਚ ਸ਼ਾਮਲ ਹੋ ਗਈ ਅਤੇ ਇੱਕ ਸਰਗਰਮ ਟ੍ਰੇਡ ਯੂਨੀਅਨਿਸਟ ਅਤੇ ਰਾਜਨੀਤਿਕ ਕਾਰਕੁਨ ਬਣ ਗਈ ਜੋ ਵਰਤਮਾਨ ਵਿੱਚ ਸੱਤਾਧਾਰੀ ਅਤੇ NDP ਨਾਲ ਜੁੜੀ ਹੋਈ ਹੈ। ਉਹ ਪਹਿਲੀ ਵਾਰ 2017 ਵਿੱਚ ਸਰੀ ਗ੍ਰੀਨ ਟਿੰਬਰਸ ਲਈ ਵਿਧਾਇਕ ਚੁਣੀ ਗਈ ਔਰ ਅਕਤੂਬਰ 2020 ਵਿੱਚ ਦੁਬਾਰਾ ਚੁਣੀ ਗਈ। ਉਸਨੇ ਇੱਕ ਡਰੱਗ ਅਤੇ ਅਲਕੋਹਲ ਸਲਾਹਕਾਰ, ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਇੱਕ ਸਹਾਇਕ ਵਰਕਰ ਅਤੇ ਇੱਕ ਕਮਿਊਨਿਟੀ ਕਾਰਕੁਨ ਵਜੋਂ ਕੰਮ ਕੀਤਾ ਹੈ। ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪੰਜਾਬ ਤੋਂ ਪੜ੍ਹਾਈ ਕਰਨ ਦੇ ਲਈ ਕੈਨੇਡਾ ਆਈ 29 ਸਾਲਾ ਗਗਨਦੀਪ ਕੌਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਗਗਨਦੀਪ ਕੌਰ ਕੈਨੇਡਾ ਦੇ ਮੌਂਟਰੀਅਲ ਵਿੱਚ ਇਕੱਲੀ ਰਹਿੰਦੀ ਸੀ। ਉਹ 5 ਦਸੰਬਰ ਦੀ ਸਵੇਰ ਨੂੰ ਕੰਮ ਤੇ ਜਾ ਰਹੀ ਸੀ ਅਤੇ ਸੜਕ ਪਾਰ ਕਰਦੇ ਸਮੇਂ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਗਗਨ ਆਪਣੇ ਪਿੱਛੇ ਆਪਣੇ ਪਤੀ ਅਤੇ 6 ਸਾਲਾਂ ਦੀ ਧੀ ਨੂੰ ਛੱਡ ਗਈ ਹੈ ਜਿਨ੍ਹਾਂ ਨੂੰ ਪਿਛਲੇ 3 ਸਾਲਾਂ ਤੋਂ ਦੇਖਣ ਦਾ ਮੌਕਾ ਨਹੀਂ ਮਿਲਿਆ। ਗਗਨਦੀਪ ਕੌਰ ਦੇ ਨਾਮ ਤੇ GoFundMe ਫੰਡਰੇਜ਼ਰ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਇਸ ਤੋਂ ਇਕੱਠੇ ਹੋਏ ਪੈਸਿਆਂ ਦੀ ਮਦਦ ਨਾਲ ਉਸ ਦੇ ਅੰਤਮ ਸੰਸਕਾਰ ਦੀ ਲਾਗਤ ਤੋਂ ਇਲਾਵਾ ਉਸ ਦੇ ਪਤੀ ਅਤੇ ਧੀ ਨੂੰ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕੇ। ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਪਿਛਲੇ ਹਫ਼ਤੇ ਗੋਲੀ ਮਾਰ ਕੇ ਮਾਰੀ ਗਈ 21 ਸਾਲਾ ਸਿੱਖ ਲੜਕੀ ਦੇ ਦੁਖੀ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਧੀ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਦਾ ਅਫਸੋਸ ਹੈ ਅਤੇ ਉਹਨਾਂ ਨੇ ਉਸ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ। ਪਵਨਪ੍ਰੀਤ ਕੌਰ ਨੂੰ ਪਿਛਲੇ ਹਫ਼ਤੇ ਓਨਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ਵਿੱਚ ਇੱਕ ਪੈਟਰੋ ਕੈਨੇਡਾ ਗੈਸ ਸਟੇਸ਼ਨ ਤੇ ਇੱਕ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ ਸੀ। ਸਥਾਨਕ ਇੱਕ ਨਿਊਜ਼ ਚੈਨਲ ਦੇ ਨਾਲ ਪੰਜਾਬ ਤੋਂ ਗੱਲਬਾਤ ਕਰਦਿਆਂ ਪੀੜਤਾ ਦੀ ਮਾਤਾ ਜਸਵੀਰ ਕੌਰ ਅਤੇ ਪਿਤਾ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਕੇਵਲ ਆਪਣੀ ਧੀ ਲਈ ਇਨਸਾਫ ਚਾਹੁੰਦੇ ਹਾਂ। ਅਸੀਂ ਆਪਣੀ ਧੀ ਨੂੰ ਵਾਪਸ ਨਹੀਂ ਲਿਆ ਸਕਦੇ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕਾਤਲ ਲੱਭਿਆ ਜਾਏ। ਪੀੜਤਾ ਦੇ ਕੈਨੇਡੀਅਨ ਰਿਸ਼ਤੇਦਾਰ ਹੁਣ ਕਾਤਲ ਦੀ ਭਾਲ ਦੇ ਲਈ ਪੀਲ ਰੀਜਨਲ ਪੁਲਿਸ ਨਾਲ ਤਾਲਮੇਲ ਕਰ ਰਹੇ ਨੇ। ਹਰਿਆਣਾ ਦੇ ਅੰਬਾਲਾ ਵਿੱਚ ਕੈਨੇਡਾ ਭੇਜਣ ਦੇ ਨਾਂ ਤੇ ਇੱਕ ਵਿਅਕਤੀ ਤੋਂ 10 ਲੱਖ ਰੁਪਏ ਹੜਪ ਲਏ। ਵਿਅਕਤੀ ਨੂੰ ਖੁਦ ਦੇ ਨਾਲ ਹੋਈ ਠੱਗੀ ਦਾ ਅਹਿਸਾਸ 에ਅਰਪੋਰਟ ਤੇ ਪਹੁੰਚਣ ਤੋਂ ਬਾਅਦ ਹੋਇਆ। ਚੈਕਿੰਗ ਦੇ ਦੌਰਾਨ ਟਿਕਟ ਨੂੰ ਛੱਡ ਕੇ ਵੀਜ਼ਾ ਸਮੇਤ ਹੋਰ ਸਾਰੇ ਦਸਤਾਵੇਜ਼ ਫਰਜ਼ੀ ਨਿਕਲੇ। ਬਲਦੇਵ ਨਗਰ ਥਾਣਾ ਪੁਲਿਸ ਨੇ ਪੰਜਾਬ ਨਿਵਾਸੀ 2 ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਕੈਥਲ ਦੇ ਪਿੰਡ ਮੰਡਵਾਲ ਨਿਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਜਨਵਰੀ 2022 ਵਿੱਚ ਥਾਣਾ ਪੰਜਾਬ ਦੇ ਪਿੰਡ ਦੇਵੀਗੜ੍ਹ ਨਿਵਾਸੀ ਗੁਰਪ੍ਰੀਤ ਸਿੰਘ ਅਤੇ ਮੋਗਾ ਨਿਵਾਸੀ ਕਮਲ ਦੇ ਨਾਲ ਮੁਲਾਕਾਤ ਹੋਈ। ਮੁਲਜ਼ਮਾਂ ਦਾ ਸੈਕਟਰ 17 ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਦਫ਼ਤਰ ਹੈ। ਕੈਨੇਡਾ ਦੇ ਵਿੱਚ ਮੇਅਰਾਂ ਨੂੰ ਵਾਧੂ ਤਾਕਤਾਂ ਦੇਣ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ। ਹੁਣ ਟੋਰਾਂਟੋ ਦੇ 15 ਕਾਉਂਸਲਰਸ ਨੇ ਓਨਟਾਰੀਓ ਦੀ ਡਗਫੋਰਡ ਸਰਕਾਰ ਨੂੰ ਇੱਕ ਖੁੱਲ੍ਹੀ ਚਿੱਠੀ ਲਿਖ ਦਿੱਤੀ ਹੈ ਜਿਸ ਵਿੱਚ ਇਸ ਮੁੱਦੇ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਗਈ ਹੈ। ਕੈਨੇਡਾ ਸਰਕਾਰ ਨੇ ਮਹਾਮਾਰੀ ਦੌਰਾਨ ਅੰਦਾਜ਼ਨ 211 ਅਰਬ ਡਾਲਰ ਦੀ ਆਰਥਿਕ ਸਹਾਇਤਾ ਲੋਕਾਂ ਵਿੱਚ ਵੰਡੀ ਪਰ ਇਸ ਵਿੱਚੋਂ 4.6 ਅਰਬ ਡਾਲਰ ਅਯੋਗ ਲਾਭਪਾਤਰੀਆਂ ਤੱਕ ਪਹੁੰਚ ਗਏ। ਹਾਊਸ ਆਫ ਕਾਮਨਸ ਵਿੱਚ ਮੰਗਲਵਾਰ ਨੂੰ ਪੇਸ਼ ਆਡਿਟ ਰਿਪੋਰਟ ਦੇ ਮੁਤਾਬਕ ਕੈਨੇਡਾ ਰੈਵਨਿਊ ਏਜੰਸੀ ਅਤੇ ਸਮਾਜਿਕ ਵਿਕਾਸ ਵਿਭਾਗ ਲਾਭਪਾਤਰੀਆਂ ਦੀ ਯੋਗਤਾ ਬਾਰੇ ਤਸਦੀਕ ਕਰਨ ਤੋਂ ਖੁੰਝ ਗਏ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ। ਬੈਂਕ ਆਫ ਕੈਨੇਡਾ ਨੇ ਰਾਤੋਂ ਰਾਤ ਆਪਣੀ ਦਰ ਨੂੰ 50 ਬੇਸਿਸ ਪੁਆਇੰਟ ਵਧਾ ਕੇ 4.25% ਕਰ ਦਿੱਤਾ ਹੈ ਜਿਸ ਨਾਲ 9 ਮਹੀਨਿਆਂ ਵਿੱਚ 7ਵੀਂ ਦਰ 'ਚ ਵਾਧਾ ਹੋਇਆ। ਪਿਛਲੀ ਵਾਰ ਬੈਂਕ ਦੀ ਨੀਤੀਗਤ ਦਰ ਇੰਨੀ ਉੱਚੀ ਜਨਵਰੀ 2008 ਵਿੱਚ ਸੀ। ਅਕਤੂਬਰ 'ਚ ਮਹਿੰਗਾਈ ਦਰ 6.9% ਤੇ ਰਹੀ ਜੋ ਬੈਂਕ ਦੇ 2% ਦੇ ਟੀਚੇ ਤੋਂ ਕਾਫੀ ਜ਼ਿਆਦਾ ਹੈ। ਸਟੈਟਿਕਸ ਕੈਨੇਡਾ ਦੁਆਰਾ ਪਿਛਲੇ ਮਹੀਨੇ ਜਾਰੀ ਕੀਤੇ ਗਏ ਖਪਤਕਾਰ ਮੁੱਲ ਦੇ ਅਨੁਸਾਰ
ਗੈਸ ਦੀਆਂ ਉੱਚ ਕੀਮਤਾਂ ਜ਼ਿਆਦਾਤਰ ਚੀਜ਼ਾਂ ਅਤੇ ਸੇਵਾਵਾਂ ਦੀ ਕੀਮਤ ਤੇ ਹੇਠਾਂ ਵੱਲ ਦਬਾਅ ਪਾਉਂਦੀਆਂ ਨੇ। ਬੈਂਕ ਦਾ ਕਹਿਣਾ ਹੈ ਕਿ ਤੀਜੀ ਤਿਮਾਹੀ ਦੌਰਾਨ ਆਰਥਿਕਤਾ ਜ਼ਿਆਦਾ ਮੰਗ ਵਿੱਚ ਕੰਮ ਕਰਦੀ ਰਹੀ ਹੈ ਅਤੇ ਕੈਨੇਡਾ ਵਿੱਚ ਲੇਬਰ ਮਾਰਕੀਟ ਤੰਗ ਰਹੀ। ਬੇਰੁਜ਼ਗਾਰੀ ਇਤਿਹਾਸਕ ਹੇਠਲੇ ਪੱਧਰ ਤੇ ਰਹਿਣ ਦੇ ਨਾਲ ਸਟੈਟਿਕਸ ਕੈਨੇਡਾ ਨੇ ਅਕਤੂਬਰ ਵਿੱਚ ਔਸਤ ਘੰਟਾਵਾਰ ਤਨਖਾਹਾਂ 'ਚ ਸਾਲ ਦਰ ਸਾਲ 5.6% ਵਾਧਾ ਦਰਜ ਕੀਤਾ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਖੁਖਚੀਮਲ ਨਿਵਾਸੀ ਉੱਘੇ ਮਨੁੱਖੀ ਅਧਿਕਾਰ ਕਾਰਕੁਨ ਹਰਿੰਦਰ ਸਿੰਘ ਮਾਹਲ ਨੂੰ ਸਾਲ 2022 ਦਾ ਸਰਵੋੱਚ ਸਨਮਾਨ ਆਰਡਰ ਆਫ ਬ੍ਰਿਟਿਸ਼ ਕੋਲੰਬੀਆ ਨਾਲ ਨਿਵਾਜਿਆ ਹੈ। ਨਸਲਵਾਦ ਦੇ ਖਿਲਾਫ ਅਤੇ ਖੇਤ ਕਾਮਿਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲੇ ਹਰਿੰਦਰ ਸਿੰਘ ਮਾਹਲ ਇਹ ਸਰਵੋੱਚ ਸਨਮਾਨ ਪ੍ਰਾਪਤ ਕਰਨ ਵਾਲੇ ਇੱਕੋ ਇੱਕ ਪੰਜਾਬੀ ਨੇ। ਇਸ ਸਨਮਾਨ ਦੇ ਲਈ ਸੂਬੇ ਭਰ ਚੋਂ 194 ਜਾਣਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਜਿਊਰੀ ਵੱਲੋਂ ਕੀਤੀ ਚੋਣ 'ਚ ਕੁੱਲ 14 ਜਾਣਿਆਂ ਨੂੰ ਇਹ ਵਕਾਰੀ ਸਨਮਾਨ ਮਿਲਿਆ। ਜ਼ਿਲ੍ਹਾ ਲੁਧਿਆਣਾ ਦੇ ਮੱਲਾਂਪੁਰ ਦਾਖਲਾ ਨੇੜੇ ਪਿੰਡ ਦੇਤੇਵਾਲ ਦੇ ਜੰਪੜ 71 ਸਾਲਾ ਹਰਿੰਦਰ ਸਿੰਘ ਸੰਨ 1970 'ਚ ਕੈਨੇਡਾ ਗਏ। ਉਹ ਕੈਨੇਡੀਅਨ ਫਾਰਮਰ ਵਰਕਰਸ ਯੂਨੀਅਨ ਦੇ ਸੰਸਥਾਪਕ ਮੈਂਬਰ ਨੇ ਤੇ 1992 ਤੋਂ 1997 ਤੱਕ ਬ੍ਰਿਟਿਸ਼ ਕੋਲੰਬੀਆ ਕਾਉਂਸਲ ਆਫ ਹਿਊਮਨ ਰਾਈਟਸ ਦੇ ਚੇਅਰਮੈਨ ਅਤੇ 1997 ਤੋਂ 2002 ਤੱਕ ਬ੍ਰਿਟਿਸ਼ ਕੋਲੰਬੀਆ ਹਿਊਮਨ ਰਾਈਟਸ ਦੇ ਡਿਪਟੀ ਚੀਫ ਕਮਿਸ਼ਨਰ ਰਹਿ ਚੁੱਕੇ ਨੇ। ਇਹਨਾਂ ਉੱਚ ਅਹੁਦਿਆਂ ਦੇ ਪਹੁੰਚਣ ਵਾਲੇ ਉਹ ਸੂਬੇ ਦੇ ਪਹਿਲੇ ਪੰਜਾਬੀ ਨੇ। ਆਸਟ੍ਰੇਲੀਆ ਵਿੱਚ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਇੱਕ 34 ਸਾਲਾ ਪੰਜਾਬੀ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਦਕਿ ਇਸ ਹਾਦਸੇ ਵਿੱਚ ਉਸਦੇ 2 ਬੱਚਿਆਂ ਸਮੇਤ 4 ਹੋਰ ਲੋਕ ਜ਼ਖਮੀ ਹੋ ਗਏ ਨੇ। ਜਦੋਂ ਇਹ ਹਾਦਸਾ ਵਾਪਰਿਆ ਉਦੋਂ ਸੁਖਦੀਪ ਸਿੰਘ ਆਪਣੀ ਪਤਨੀ, 2 ਬੱਚਿਆਂ ਤੇ ਇੱਕ ਦੋਸਤ ਦੇ ਨਾਲ 4 ਦਸੰਬਰ ਨੂੰ ਵਿਕਟੋਰੀਆ ਰਾਜ ਦੇ ਮਾਊਂਟ ਖੌਟਰੇਲ ਦੇ ਪੱਛਮੀ ਉਪਨਗਰ ਕਾਰ 'ਚ ਸਫ਼ਰ ਕਰ ਰਹੇ ਸੀ। ਵਿਕਟੋਰੀਆ ਪੁਲਿਸ ਤੇ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਮੰਨਿਆ ਜਾ ਰਿਹਾ ਕਿ 5 ਸਵਾਰੀਆਂ ਵਾਲਾ ਵਾਹਨ ਸ਼ਾਮ 4 ਵਜੇ ਤੋਂ ਠੀਕ ਬਾਅਦ ਡੋਹਰਟੀਜ਼ ਰੋਡ ਤੋਂ ਲੰਘਿਆ ਸੀ ਅਤੇ ਵਾਹਨ ਨੇ ਕਈ ਵਾਰ ਪਲਟੀਆਂ ਖਾਧੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਪੁਰਸ਼ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇੱਕ ਮਹਿਲਾ ਯਾਤਰੀ ਅਤੇ 2 ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਾਲ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਹੈ ਕਿ ਉਹ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੇ ਨੇ। ਇਸ ਮਾਮਲੇ ਦੀ ਜਾਂਚ ਵਿਕਟੋਰੀਆ ਦੀ ਕਾਰਨਰ ਕੋਰਟ ਵੱਲੋਂ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਹਾਦਸੇ ਦੇ ਗਵਾਹਾਂ ਜਾਂ ਡੈਸ਼ਕ ਕੈਮ ਫੁਟੇਜ ਵਾਲੇ ਜਾਂ ਦੁਰਘਟਨਾ ਬਾਰੇ ਕੋਈ ਜਾਣਕਾਰੀ ਰੱਖਣ ਵਾਲਿਆਂ ਨੂੰ ਉਹਨਾਂ ਨਾਲ ਸੰਪਰਕ ਕਰਨ ਲਈ ਬੇਨਤੀ ਕੀਤੀ ਹੈ। ਇਸ ਦੌਰਾਨ ਪਰਿਵਾਰਕ ਦੋਸਤਾਂ ਨੇ ਸੁਖਦੀਪ ਦੇ ਪਰਿਵਾਰ ਦੇ ਬਚੇ ਹੋਏ ਮੈਂਬਰਾਂ ਦੇ ਲਈ ਗੋਫੰਡਮੀ ਫੰਡਰੇਜ਼ਰ ਦਾ ਆਯੋਜਨ ਕੀਤਾ ਹੈ। ਇਟਲੀ ਦੇ ਮਿੰਨੀ ਪੰਜਾਬ ਸੂਬੇ ਲਾਸੀਓ ਅਧੀਨ ਆਉਂਦੇ ਜ਼ਿਲ੍ਹਾ ਲਾਤੀਨਾ ਦੇ ਪਿੰਡ ਬੋਰਗੋ ਹਰਮਾਦਾ ਨੇੜੇ ਕਿਸੇ ਸ਼ਰਾਰਤੀ ਅੰਸਰ ਵੱਲੋਂ ਭਾਰਤੀ ਨੌਜਵਾਨ ਅਮਰਜੀਤ ਸਿੰਘ ਉਰਫ ਜੋਤੀ ਉੱਪਲ ਦੇ ਘਰ ਵਿੱਚ ਖੜੀਆਂ 2 ਗੱਡੀਆਂ ਨੂੰ ਸ਼ਾਮ 6 ਤੇ 7 ਵਜੇ ਦੇ ਕਰੀਬ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ, ਜਿਸ ਕਾਰਨ ਦੋਵੇਂ ਗੱਡੀਆਂ ਦਾ ਕਾਫੀ ਹਿੱਸਾ ਸੜ ਕੇ ਰਾਖ ਹੋ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਸ਼ਰਾਰਤੀ ਅੰਸਰ ਦਾ ਕੀ ਮਕਸਦ ਸੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਕਾਰਵਾਈ ਨਾਲ ਉਸਨੇ 2 ਪੰਜਾਬੀ ਪਰਿਵਾਰਾਂ ਦੇ ਨਾਲ 6 ਹੋਰ ਇਟਾਲੀਅਨ ਪਰਿਵਾਰਾਂ ਦੀ ਜਾਨ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ। ਜੋਤੀ ਉੱਪਲ ਨੇ ਦੱਸਿਆ ਕਿ ਉਹ ਗੈਸ ਸਿਲੰਡਰਾਂ ਦਾ ਕੰਮ ਕਰਦੇ ਨੇ ਤੇ ਗੱਡੀਆਂ ਤੋਂ ਕੁਝ ਹੀ ਦੂਰੀ ਤੇ ਗੈਸ ਸਿਲੰਡਰ ਪਏ ਸੀ, ਜਿਹੜੇ ਕਿ ਅੱਗ ਦੀ ਲਪੇਟ ਵਿੱਚ ਆਉਣ ਤੋਂ ਮਸਾਂ ਹੀ ਬਚੇ। ਜੇਕਰ ਇਹਨਾਂ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਉਹਨਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਤੇ ਬੇਸ਼ੱਕ ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਪਰ ਮੁਹੱਲੇ ਦੇ ਇਟਾਲੀਅਨ ਇਸ ਘਟਨਾ ਤੋਂ ਬਹੁਤ ਸਹਿਮੇ ਤੇ ਡਰੇ ਹੋਏ ਨੇ। ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੱਤਾ। ਪੁਤਿਨ ਨੇ ਕਿਹਾ ਕਿ ਪਰਮਾਣੂ ਯੁੱਧ ਦਾ ਖਤਰਾ ਵਧ ਰਿਹਾ, ਪਰ ਜ਼ੋਰ ਦੇ ਕੇ ਕਿਹਾ ਕਿ ਰੂਸ ਪਹਿਲਾਂ ਹਮਲਾ ਨਹੀਂ ਕਰੇਗਾ। ਕ੍ਰੈਮਲਿਨ ਵਿੱਚ ਰੂਸ ਦੀ ਮਨੁੱਖੀ ਅਧਿਕਾਰ ਕੌਂਸਲ ਦੀ ਮੀਟਿੰਗ ਦੇ ਦੌਰਾਨ ਪੁਤਿਨ ਨੇ ਜੋ ਕਿਹਾ, ਉਸਨੇ ਕੌਮਾਂਤਰੀ ਭਾਈਚਾਰੇ ਦੀਆਂ ਚਿੰਤਾਵਾਂ ਵਧਾ ਦਿੱਤੀਆਂ। ਪੁਤਿਨ ਨੇ ਕਿਹਾ ਕਿ ਹੁਣ ਤੱਕ ਰੂਸ ਨੇ ਪਹਿਲਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਬਾਰੇ ਨਹੀਂ ਸੋਚਿਆ। ਕਿਸੇ ਵੀ ਹਾਲਾਤ ਵਿੱਚ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੇਗਾ, ਪਰ ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਉਹਨਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਏਗੀ। ਪੁਤਿਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਦੀ ਸਰਹੱਦ ਤੇ ਹਮਲਾ ਹੁੰਦਾ ਹੈ ਤਾਂ ਪਰਮਾਣੂ ਯੁੱਧ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਤਿਨ ਨੇ ਕਿਹਾ ਕਿ ਰੂਸ ਦੀ ਇੱਕ ਰਣਨੀਤੀ ਹੈ ਜਿਸ ਨੂੰ ਰੱਖਿਆ ਵਜੋਂ ਜਾਣਿਆ ਜਾਂਦਾ ਹੈ। ਅਸੀਂ ਇਸ ਰਣਨੀਤੀ ਦੇ ਤਹਿਤ ਵਿਨਾਸ਼ ਤੇ ਪਰਮਾਣੂ ਹਥਿਆਰ ਦੇਖਦੇ ਹਾਂ, ਉਹ ਬਦਲੇ ਦੀ ਕਾਰਵਾਈ ਦੇ ਤਹਿਤ ਵਰਤੇ ਜਾਂਦੇ ਨੇ। ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ, ਅਸੀਂ ਬਦਲੇ ਵਿੱਚ ਇਸ ਦਾ ਉਪਯੋਗ ਕਰਾਂਗੇ। ਰੂਸੀ ਰਾਸ਼ਟਰਪਤੀ ਮੁਤਾਬਕ ਅਮਰੀਕਾ ਦੇ ਪਰਮਾਣੂ ਹਥਿਆਰ ਯੂਰਪ ਦੇ ਕਈ ਦੇਸ਼ਾਂ 'ਚ ਵੱਡੇ ਪੱਧਰ ਤੇ ਮੌਜੂਦ ਨੇ, ਜਦਕਿ ਰੂਸ ਨੇ ਆਪਣੇ ਪਰਮਾਣੂ ਹਥਿਆਰ ਕਿਸੇ ਹੋਰ ਦੇਸ਼ ਕੋਲ ਨਹੀਂ ਰੱਖੇ ਨੇ ਅਤੇ ਨਾ ਹੀ ਅਜਿਹੀ ਕੋਈ ਯੋਜਨਾ ਹੈ। ਪਰ ਜੇਕਰ ਉਹਨਾਂ ਨੂੰ ਕਿਸੇ ਸਾਥੀ ਦੀ ਸੁਰੱਖਿਆ ਲਈ ਲੋੜ ਪਏ ਤਾਂ ਇਸ ਨੂੰ ਰੂਸ ਦੇ ਬਾਹਰ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਪੁਤਿਨ ਨੇ ਹਮੇਸ਼ਾ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨੂੰ ਸਰਹੱਦ ਰੇਖਾ ਪਾਰ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ।
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਅਨੋਖੇ ਫੈਸਲਿਆਂ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੇ ਨੇ। ਤਾਨਾਸ਼ਾਹੀ ਵਿੱਚ ਸਰਕਾਰ ਨਾਗਰਿਕਾਂ ਦੇ ਜਨਤਕ ਅਤੇ ਨਿੱਜੀ ਜੀਵਨ ਨੂੰ ਕੰਟਰੋਲ ਕਰਦੀ ਹੈ। ਜਿਨ੍ਹਾਂ ਲੋਕਾਂ ਨਾਲ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹਨਾਂ ਤੇ ਕਈ ਪਾਬੰਦੀਆਂ ਨੇ। ਕੁਝ ਸਾਲ ਪਹਿਲਾਂ CNN ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉੱਤਰੀ ਕੋਰੀਆ ਦੀ ਅਭਿਨੇਤਰੀ ਨਾਰਾ ਕੰਗ ਨੇ ਕਿਹਾ ਸੀਗਾ ਕਿ ਉਹ ਆਪਣੇ ਦੇਸ਼ ਵਿੱਚ ਲਾਲ ਲਿਪਸਟਿਕ ਜਾਂ ਆਪਣੇ ਗਲਾਂ ਤੇ ਸੰਤਰੀ ਬਲਸ਼ ਅਤੇ ਅੱਖਾਂ ਦੇ ਗਲਿਟਰ ਲਾਉਣ ਦੀ ਕਦੇ ਕਲਪਨਾ ਨਹੀਂ ਕਰ ਸਕਦੀ ਸੀ। ਉਹਨਾਂ ਨੇ ਦੱਸਿਆ ਕਿ ਉੱਥੇ ਕੋਈ ਲਾਲ ਲਿਪਸਟਿਕ ਲਗਵਾਉਣ ਬਾਰੇ ਵੀ ਨਹੀਂ ਸੋਚ ਸਕਦਾ। ਉਹਨਾਂ ਨੇ ਲਾਲ ਰੰਗ ਨੂੰ ਪੂੰਜੀਵਾਦ ਨਾਲ ਜੋੜਿਆ ਜਾਂਦਾ ਹੈ ਅਤੇ ਇਸ ਦੇ ਲਈ ਉੱਤਰੀ ਕੋਰੀਆ ਦਾ ਸਮਾਜ ਇਸ ਨੂੰ ਪਹਿਨਣ ਦੀ ਆਗਿਆ ਨਹੀਂ ਦਿੰਦਾ। ਕੰਗ ਹੁਣ ਦੱਖਣੀ ਕੋਰੀਆ ਦੇ ਸਿਓਲ ਵਿੱਚ ਰਹਿੰਦੀ ਹੈ। 24 ਸਾਲਾ ਅਦਾਕਾਰਾ 2015 ਵਿੱਚ ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆ ਭੱਜ ਗਈ ਸੀ। ਉਸ ਅਨੁਸਾਰ ਹਰ ਸਮੇਂ ਬਾਲਾਂ ਨੂੰ ਬੰਨ੍ਹ ਕੇ ਰੱਖਣ ਸਮੇਤ ਕਈ ਪਾਬੰਦੀਆਂ ਸੀ। ਉਸਨੇ ਦੱਸਿਆ ਕਿ ਉਸਦੇ ਜੱਦੀ ਸ਼ਹਿਰ ਵਿੱਚ ਕੇਵਲ ਹਲਕੇ ਰੰਗ ਦੀ ਲਿਪਸਟਿਕ ਦੀ ਆਗਿਆ ਔਰ ਗੁਲਾਬੀ ਰੰਗ ਲਗਾਇਆ ਜਾ ਸਕਦਾ ਸੀ, ਪਰ ਗਲਤੀ ਨਾਲ ਵੀ ਲਾਲ ਨਹੀਂ। ਇਸ ਦੇ ਨਾਲ ਹੀ ਲੰਬੇ ਵਾਲਾਂ ਦੀ ਗੁੱਤ ਕਰਕੇ ਰੱਖਣੀ ਪੈਂਦੀ ਸੀ। ਤੁਸੀਂ ਉੱਤਰੀ ਕੋਰੀਆ ਦੀਆਂ ਸੜਕਾਂ ਤੇ ਹਰ ਸਮੇਂ ਸੈਨਿਕਾਂ ਨੂੰ ਗਸ਼ਤ ਕਰਦੇ ਦੇਖੋਗੇ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਨੂੰ ਗਸ਼ਤ ਰਾਹੀਂ ਫੜਿਆ ਜਾਂਦਾ ਹੈ। ਉਹ ਔਰਤਾਂ ਜੋ ਸਹੀ ਢੰਗ ਨਾਲ ਕੱਪੜੇ ਨਹੀਂ ਪਾਉਂਦੀਆਂ ਜਾਂ ਬਹੁਤ ਜ਼ਿਆਦਾ ਮੇਕਅਪ ਨਹੀਂ ਕਰਦੀਆਂ, ਇਹਨਾਂ ਗੱਲਾਂ ਨੂੰ ਲੈ ਕੇ ਬਹੁਤ ਸਖਤੀ ਹੈ। CNN ਨੇ ਕੁਝ ਲੋਕਾਂ ਦੀ ਇੰਟਰਵਿਊ ਵੀ ਕੀਤੀ ਜੋ 2010 ਅਤੇ 2015 ਦੇ ਵਿਚਕਾਰ ਉੱਤਰੀ ਕੋਰੀਆ ਛੱਡ ਕੇ ਦੂਜੇ ਦੇਸ਼ਾਂ ਵਿੱਚ ਵਸ ਗਏ ਸਨ। ਉਹਨਾਂ ਨੇ ਦੱਸਿਆ ਕਿ ਉੱਤਰੀ ਕੋਰੀਆ ਵਿੱਚ ਮਿੰਨੀ ਸਕਰਟਾਂ, ਕਮੀਜ਼ ਜਿਨ੍ਹਾਂ ਤੇ ਅੰਗਰੇਜ਼ੀ ਵਿੱਚ ਕੁਝ ਲਿਖਿਆ ਹੋਇਆ ਹੋਵੇ ਜਾਂ ਟਾਈਟ ਜੀਨਸ ਪਹਿਨਣ ਦੀ ਵੀ ਆਗਿਆ ਨਹੀਂ ਹੈ। ਜੇਕਰ ਕੋਈ ਇਹਨਾਂ ਕੱਪੜਿਆਂ 'ਚ ਆਉਂਦਾ ਹੈ ਤਾਂ ਪੈਟਰੋਲਿੰਗ ਪੁਲਿਸ ਉਹਨਾਂ ਨੂੰ ਜੁਰਮਾਨਾ ਕਰਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।